ਹੁੰਦਾ ਨਾ ਕਿ ਲੋਕ ਪੁੱਛਣਗੇ ਭਾਈ ਕੀ ਭੁੱਲਰ ਨੇ ਕੀ ਕੀਤਾ, ਜੇ ਤੁਹਾਡੇ ਤੋਂ ਪੁੱਛੇ ਕੋਈ ਇਹੋ ਜਿਹੇ 5 ਕੰਮ ਗਿਣਾ ਸਕਦੇ ਹੋ ਕੋਈ ਮੈਂ 5 ਕੰਮ ਕੀਤਾ ਤਾਂ ਵੋਟਾਂ ਪਾ ਦਿਓ ਮੈਨੂੰ? ਵੱਡੇ ਕੰਮ ਦੱਸੋ ਨਾ, ਛੋਟੇ ਮੋਟੇ ਤਾਂ ਗਲੀਆਂ ਨਾਲੀਆਂ ਤਾਂ ਚੱਲਦੀਆਂ ਰਹਿੰਦੀਆਂ ਨੇ। ਗੈਂਗਸਟਰ ਜਾਂ ਕੀ ਨਾ ਉਹਦਾ ਵਿੱਕੀ ਗਾਉਂਡਰ, ਉਹ ਕਿੱਥੋਂ ਫੜਿਆ ਗਿਆ? ਇਥੋਂ ਤੂਤਾਂ ਦੇ ਲਾਗੋਂ ਸਾਡੇ ਲਾਗੋਂ ਪੜ ਕਿਉਂ ਫੜਿਆ ਗਿਆ ਇਥੋਂ? ਕਿਉਂਕਿ ਇਹ ਸ਼ਹਿਵਾਂ ਦਿੰਦੇ ਸੀ ਉੱਥੇ ਉਹਨਾਂ ਨੂੰ। ਕੌਣ ਲੜ ਰਿਹਾ ਤੁਹਾਡੇ ਪਰਿਵਾਰ ਚੋਂ ਚੋਣ? ਕੀ ਇਸ ਵਾਰ ਵੀ ਕੋਈ ਰੌਲਾ? ਇਹ ਸ਼ੁਰੂ ਤੋਂ ਕਦੇ ਬਾਜਵਾ ਵਰਸਸ ਕੈਪਟਨ, ਕਦੇ ਪੱਠਲ ਵਰਸਸ ਕੈਪਟਨ, ਕਦੇ ਕੈਪਟਨ ਵਰਸਸ ਸਿੱਧੂ, ਹੁਣ ਸਿੱਧੂ ਵਰਸਸ ਚੰਨੀ ਹੋਈ ਪਈ ਆ। ਕਿਹੜੀ ਪਾਰਟੀ ਦੇ ਅੰਦਰ ਲੜਾਈ ਨਹੀਂ, ਹਰ ਇੱਕ ਦਾ ਜੀ ਕਹਿੰਦਾ ਮੈਂ ਮੁੱਖ ਮੰਤਰੀ ਬਣਾ। ਦਾਅਵਾ ਮੈਂ ਵੀ ਕਰਦਾ ਮੈਂ ਪ੍ਰਾਈਮ ਮਿਨਿਸਟਰ ਬਣ ਜਾਣਾ, ਮੇਰਾ ਦਾਅਵਾ ਮਨਜ਼ੂਰ ਕਰ ਲਓ। ਸੋ ਜਿਹੜੀ ਆਪ ਪਾਰਟੀ ਤੁਸੀਂ ਗੱਲ ਕਰਦੇ ਜੇ ਮਾਝੇ ਦੇ ਵਿੱਚ ਅੰਡਰ ਕਰੰਟ ਨਾ ਕਦੀ ਹੋਇਆ ਤੇ ਨਾ ਹੋ ਸਕਦਾ। ਇਹਦੇ ਡਰਪੋਕਾਂ ਤੇ ਨਲਾਇਕਾਂ ਦੀ ਰਾਜਨੀਤੀ ਹੁੰਦੀ ਵੀ ਅਸੀਂ ਅੰਦਰ ਖਾਤੇ ਮਤ ਕਰਾਂਗੇ, ਅਸੀਂ ਥੱਲਿਓਂ ਕੁਛ ਕਰਾਂਗੇ, ਤੇ ਮਝੈਲ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕਦੀ ਬਲੀਵ ਨਹੀਂ ਕਰਦੇ। ਇੱਥੇ ਤੇ ਨੰਗੇ ਚਿੱਟੇ ਹੋ ਕੇ ਸਿੱਧੇ ਚੱਲਦੇ ਆ, ਜਾਂ ਆਪ ਹੈ ਨਹੀਂ ਤੇ ਜਾਂ ਅਗਲਾ ਹੈ ਨਹੀਂ। ਵਿਰਸਾ ਸਿੰਘ ਬਲਟੋਹਾ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਕਿ ਦੇਖੋ ਜੀ ਮਾਈਨਿੰਗ ਦਾ ਮਸਲਾ ਨਾ ਲਏ ਗਏ, ਤੁਹਾਡਾ ਨਾਂ ਲਿਆ, ਉਹਨਾਂ ਨੇ ਬਹੁਤ ਤਿੱਖੇ ਤਰੀਕੇ ਨਾਲ ਬੋਲੇ। ਕੀ ਜਵਾਬ ਆ ਉਸ ਗੱਲ ਦਾ? ਹਰ ਕੋਈ ਕਾਮਾਂ ਦੇ ਕਹਿਣਾ ਢੋਲ ਥੋੜਾ ਪਾੜ ਜਾਣੇ, ਇਹਨਾਂ ਦਾ ਤਾਂ ਕੰਮ ਹੀ ਵੀ ਅਸੀਂ ਸਰਕਾਰ ਬਣਾਉਣੀ ਹੈ, ਲਾਲਾ ਲਾਲਾ ਕਰਦੇ ਭੱਜੇ ਫਿਰਦੇ ਆ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਸ ਝੂਠੀ ਅਫਵਾਹ ਦਾ ਉੱਤਾ ਪਰਚਾ ਦਰਜ ਹੈ ਤੇ ਤਰੀਕਾਂ ਪੈਣ ਦੀਆਂ ਹੋਣੀਆਂ। ਕਿਸਾਨਾਂ ਦੀ ਪਾਰਟੀ ਨੂੰ ਜਾਂ ਤੁਹਾਡੇ ਆਪੋਜੀਸ਼ਨ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਜਿਹੜਾ ਤੇ ਵਿਰਸਾ ਸਿੰਘ ਦੀ ਰਾਜਨੀਤੀ ਆ, ਉਹਨੇ ਆਪਦੇ ਜੀਵਨ 'ਚ ਹਮੇਸ਼ਾ ਹੀ ਲੋਕਾਂ ਦਾ ਬੇੜਾ ਗਰਕੀ ਕੀਤਾ। 19 ਨੰਬਰ ਕੇ 14 ਨੰਬਰ ਕਮਰੇ 'ਚ ਉੱਥੇ ਰਹਿਣਾ ਸੀ, ਔਰ ਉੱਥੇ ਕੀ ਗੰਦ ਪਾਉਂਦੇ ਰਹੇ ਦਰਬਾਰ ਸਾਹਿਬ 'ਚ, ਨੇ ਮੂੰਹੋਂ ਗੱਲਾਂ ਬਗੀਆਂ, ਉੱਥੇ ਹਥਿਆਰ ਲੈ ਕੇ ਜਾਂਦੇ ਰਹੇ। ਔਰ ਕਦੋਂ ਇਹਨੇ ਜਾ ਕੇ ਉਦੋਂ ਦੇ ਐਜੂਕੇਸ਼ਨ ਮਿਨਿਸਟਰ ਅਜਨਾਲਾ ਸਾਹਿਬ ਦੇ ਘਰੇ ਨੇ ਕਦੋਂ ਬੰਬ ਸੁੱਟਿਆ, ਔਰ ਕੀ ਜਾ ਕੇ ਉੱਥੋਂ ਪਾਕਿਸਤਾਨ ਕਿਹੜੇ ਰਾਹ 'ਚ ਜਾਂਦਾ ਰਿਹਾ, ਪਾਕਿਸਤਾਨ 'ਚ ਕਿੱਥੇ ਕਿੱਥੇ ਸ਼ਹਿ ਇਹਨੂੰ ਮਿਲਦੀ ਰਹੀ, ਸਾਰਾ ਕੁਝ ਇਹਨੇ ਦੱਸਿਆ। ਲੜਾਈ ਕਾਂਗਰਸ ਵਰਸਸ ਆਪ ਹੈ, ਕਾਂਗਰਸ ਵਰਸਸ ਅਕਾਲੀ ਦਲ ਹੈ, ਜਾਂ ਆਪ ਵਰਸਸ ਅਕਾਲੀ ਦਲ ਹੈ? ਜੇ ਉੱਥੇ ਯੂਪੀ 'ਚ ਕਤਲ ਹੋਏ 6 ਬੰਦੇ ਮਰੇ, ਉਹ ਕੁਆਲਿਸ ਦੇ ਵਿੱਚ ਭਜਾ ਕੇ ਕਿੱਥੇ ਆਏ? ਇਹਦੇ ਪੀਏ ਨਾਲ ਗੱਲਬਾਤ ਕਰਕੇ ਤੇ ਉਹ ਥਾਣੇ ਜਿਹੜਾ ਆਪਣਾ ਖਰੜਾ ਵਾ ਉੱਥੇ 4 ਪੇਟੀਆਂ ਸ਼ਰਾਬ ਦੀਆਂ ਪਾ ਕੇ ਤੇ ਉਹਨਾਂ ਨੂੰ ਅੰਦਰ ਕਰਤਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਪੰਜਾਬ ਦੀ ਵੰਡ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਤੇ ਸਭ ਤੋਂ ਵੱਡਾ ਪ੍ਰਭਾਵ ਮਾਝੇ ਦਾ ਸੀ, ਮਝੈਲਾਂ ਦਾ ਸੀ। ਪਰ 1966 ਤੋਂ ਬਾਅਦ ਪੰਜਾਬ ਦੀ ਸਿਆਸਤ ਨੂੰ ਮਾਲਵਾ ਡੋਮੀਨੇਟ ਕਰਨ ਲੱਗਿਆ। ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਮਾਝੇ 'ਚੋਂ ਕੋਈ ਮੁੱਖ ਮੰਤਰੀ ਵੀ ਨਹੀਂ ਬਣਿਆ। ਚੋਣਾਂ ਨੇੜੇ ਨੇ। ਮਾਝੇ ਦੀ ਕਾਂਗਰਸੀ ਸਿਆਸਤ ਕੀ ਕਹਿ ਰਹੀ ਹੈ? ਮਾਝੇ ਦੇ ਕਾਂਗਰਸੀ ਪਰਿਵਾਰਾਂ 'ਚੋਂ ਭੁੱਲਰ ਪਰਿਵਾਰ ਦਾ ਵੀ ਵੱਡਾ ਨਾਂ, ਜਿਨ੍ਹਾਂ ਦੇ ਘਰੇ ਮਿਨਿਸਟਰੀਆਂ ਵੀ ਰਹੀਆਂ, MLA ਵੀ ਨੇ। ਕੀ ਕਹਿ ਰਹੀ ਹੈ ਮਾਝੇ ਦੀ ਕਾਂਗਰਸ ਦੀ ਸਿਆਸਤ? ਮਾਝੇ 'ਚ ਕਾਂਗਰਸੀਆਂ ਦਾ ਕੀ ਬਣੇਗਾ? ਸਾਡੇ ਨਾਲ ਖੇਮਕਰਨ ਤੋਂ MLA ਸੁਖਪਾਲ ਸਿੰਘ ਭੁੱਲਰ ਨੇ, ਉਹਨਾਂ ਦੇ ਪਿਤਾ ਜੀ ਸਰਦਾਰ ਗੁਰਚੇਤ ਸਿੰਘ ਭੁੱਲਰ ਨੇ, ਜਿਹੜੇ ਸਾਬਕਾ ਮੰਤਰੀ ਵੀ ਰਹੇ ਨੇ, ਤੇ ਉਹਨਾਂ ਦਾ ਪਰਿਵਾਰ ਹੈ। ਬਹੁਤ ਸਾਰੇ ਸਵਾਲ ਨੇ, ਪਿਛਲੀ ਵਾਰ ਵੀ ਉੱਠੇ ਸੀ ਪਰਿਵਾਰ ਨੂੰ ਲੈ ਕੇ। ਬਹੁਤ ਸਾਰੇ ਹੋਰ ਸਵਾਲ ਵੀ ਨੇ, ਕਦੇ ਮਾਈਨਿੰਗ ਨੂੰ ਲੈ ਕੇ, ਕਦੇ ਹੋਰ ਮਸਲਿਆਂ ਨੂੰ ਲੈ ਕੇ। ਗੱਲਬਾਤ ਸ਼ੁਰੂ ਕਰਦੇ ਹਾਂ ਕਿ ਕਿੱਧਰ ਨੂੰ ਜਾਏਗੀ ਮਾਝੇ ਦੀ ਸਿਆਸਤ ਤੇ ਭੁੱਲਰ ਪਰਿਵਾਰ ਦਾ ਹਾਲ ਕੀ ਹੈ। ਸਵਾਗਤ ਹੈ ਸੁਖਪਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲੋਂ, ਔਰ ਤੁਹਾਡਾ ਵੈਲਕਮ ਕਰਦੇ ਹਾਂ, ਔਰ ਸਾਰੇ ਦਰਸ਼ਕਾਂ ਨੂੰ ਅੱਜ ਜਿਹੜਾ ਇਸ ਪਵਿੱਤਰ ਦਿਹਾੜੇ ਦੀ ਲੋਹੜੀ ਦੀ ਸ਼ੁਭਕਾਮਨਾਵਾਂ, ਮੁਬਾਰਕਬਾਦ। ਮੇਰਾ ਸਭ ਤੋਂ ਪਹਿਲਾ ਸਵਾਲ ਇਹੀ ਹੈ, ਕੀ ਕਹਿ ਰਹੀ ਹੈ ਮਾਝੇ ਦੀ ਸਿਆਸਤ? ਕਿਉਂਕਿ ਚਰਚਾਵਾਂ ਬਹੁਤ ਸਾਰੀਆਂ ਨੇ। ਅਕਾਲੀ ਦਲ ਕਹਿੰਦਾ ਹੈ ਅਸੀਂ ਬੜੀ ਚੜ੍ਹਾਈ 'ਚ, ਆਮ ਆਦਮੀ ਪਾਰਟੀ ਕਹਿੰਦੀ ਹੈ ਸਾਡਾ ਅੰਡਰ ਕਰੰਟ ਹੈ, ਮਾਝੇ 'ਚ ਬਹੁਤ ਅੰਡਰ ਕਰੰਟ ਹੈ ਸਾਡਾ। ਤੁਹਾਨੂੰ ਕੀ ਲੱਗਦਾ? ਦੇਖੋ, ਪੰਜਾਬ ਦੀ ਰਾਜਨੀਤੀ ਦੇ ਵਿੱਚ ਮਾਝੇ ਦਾ ਹਮੇਸ਼ਾ ਹੀ ਅਹਿਮ ਰੋਲ ਰਿਹਾ। ਜਿੱਧਰ ਮਾਝੇ ਨੇ ਝੁਕਾ ਕੀਤਾ, ਇੱਕ ਤਰਫਾ ਹੀ ਕੀਤਾ। ਕਦੀ ਇਹ ਨਹੀਂ ਆਇਆ ਵੀ ਬਰਾਬਰ ਆ ਗਈਆਂ। ਜਿਨ੍ਹਾਂ ਦੀਆਂ ਜੇ ਅਕਾਲੀਆਂ ਦੇ ਆਈਆਂ ਤੇ ਉਹ ਵੀ 20 22 25 ਸੀਟਾਂ ਆਈਆਂ। ਜੇ ਪਿਛਲੇ ਵਾਰੀ ਕਾਂਗਰਸ ਦੇ ਆਈਆਂ ਤੇ ਤਾਂ 20 22 ਆਈਆਂ। ਸੋ ਮਾਝੇ ਦੀ ਜਿਹੜੀ ਰਾਜਨੀਤੀ ਆ ਉਹ ਇੱਕ ਤਰਫੀ ਹੋ ਕੇ ਚੱਲਣ ਵਾਲੀ ਗੱਲ ਆ, ਔਰ ਹਮੇਸ਼ਾ ਹੀ ਇੱਥੇ ਜਿਹੜੇ ਧੜੇ ਆ ਪਿੰਡਾਂ ਦੇ ਵਿੱਚ ਬਣੇ ਉਹੀ ਭਾਰੂ ਰਹੇ। ਸੋ ਜਿਹੜੀ ਆਪ ਪਾਰਟੀ ਤੁਸੀਂ ਗੱਲ ਕਰਦੇ ਜੇ ਮਾਝੇ ਦੇ ਵਿੱਚ ਅੰਡਰ ਕਰੰਟ ਨਾ ਕਦੀ ਹੋਇਆ ਤੇ ਨਾ ਹੋ ਸਕਦਾ।
ਇਹਦੇ ਡਰਪੋਕਾਂ ਤੇ ਨਲਾਇਕਾਂ ਦੀ ਰਾਜਨੀਤੀ ਹੁੰਦੀ ਵੀ ਅਸੀਂ ਅੰਦਰ ਖਾਤੇ ਮਤ ਕਰਾਂਗੇ, ਅਸੀਂ ਥੱਲਿਓਂ ਕੁਛ ਕਰਾਂਗੇ, ਤੇ ਮਝੈਲ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕਦੀ ਬਲੀਵ ਨਹੀਂ ਕਰਦੇ। ਇੱਥੇ ਤੇ ਨੰਗੇ ਚਿੱਟੇ ਹੋ ਕੇ ਸਿੱਧੇ ਚੱਲਦੇ ਆ, ਜਾਂ ਆਪ ਹੈ ਨਹੀਂ ਤੇ ਜਾਂ ਅਗਲਾ ਹੈ ਨਹੀਂ। ਤਾਂ ਪਿਛਲੀ ਵਾਰ ਵੀ ਇਹ ਮੁੱਦਾ ਸੀਗਾ ਖਾਸ ਤੌਰ ਤੇ ਤੁਹਾਡੇ ਪਰਿਵਾਰ ਨੂੰ ਲੈ ਕੇ ਕਿ ਤੁਹਾਡੇ ਪਰਿਵਾਰ 'ਚੋਂ ਟਿਕਟ ਦਾ ਮਸਲਾ, ਤੇ ਇਸ ਵਾਰ ਵੀ ਚਰਚਾਵਾਂ ਬੜੇ ਤਰ੍ਹਾਂ ਦੀਆਂ ਨੇਗੀਆਂ। ਕੌਣ ਲੜ ਰਿਹਾ ਤੁਹਾਡੇ ਪਰਿਵਾਰ 'ਚੋਂ ਚੋਣ, ਕੀ ਇਸ ਵਾਰ ਵੀ ਕੋਈ ਰੌਲਾ? ਦੇਖੋ, ਇਹ ਤੇ ਵਿਰੋਧੀਆਂ ਦੀਆਂ ਸ਼ੈਤਾਨੀਆਂ ਰਹਿੰਦੀਆਂ, ਔਰ ਤੁਹਾਨੂੰ ਪਤਾ ਵੀ ਪਿਛਲੇ ਟਾਈਮ ਦੇ ਵਿੱਚ ਪੰਜਾਬ ਦੀ ਜਿਹੜੀ ਕਾਂਗਰਸ ਦੀ ਰਾਜਨੀਤੀ ਉਹਦੇ 'ਚ ਬੜਾ ਉਤਾਰ ਚੜਾਵ ਆਇਆ। ਸੋ ਪਹਿਲੋਂ ਕੈਪਟਨ ਸਾਹਿਬ ਸੀ, ਫਿਰ ਸਾਰਾ ਹੁਣ ਚੰਨੀ ਸਾਹਿਬ ਮੁੱਖ ਮੰਤਰੀ ਬਣੇ, ਸਿੱਧੂ ਸਾਹਿਬ ਆਏ। ਸੋ ਜਿਹੜਾ ਜਿਹਦੇ ਨਾਲ ਖਲੋਤਾ ਹੁੰਦਾ ਜਾਂ ਜਿਹਦਾ ਉਲਟ ਹੁੰਦਾ ਉਹਨੇ ਕਿਸੇ ਨਾ ਕਿਸੇ ਨੂੰ ਚੁੰਡੀ ਤੇ ਵੱਢਣੀ ਹੁੰਦੀ ਹੈ। ਸੋ ਹੁਣ ਇਹ ਕੈਪਟਨ ਸਾਹਿਬ ਵੱਲੋਂ ਇਹ ਚਲਾਈ ਗਈ ਮੁਹਿੰਮ ਆ, ਜਾਂ ਕੀ ਤੁਸੀਂ ਕਹਿ ਲਓ, ਹੁਣ ਆਪਾਂ ਕੀ ਕਹਿ ਸਕਦੇ ਉਹਦੇ ਬਾਰੇ। ਸੋ ਸਾਡਾ ਪਰਿਵਾਰ ਸ਼ੁਰੂ ਤੋਂ ਲੈ ਕੇ ਇਕੱਠਾ ਵਾ, ਇੱਕ ਮੁੱਠ ਆ, ਇੱਕ ਕੀ ਕਹਿੰਦੇ ਹੁੰਦੇ ਸੂਈ ਦੇ ਨੱਕੇ ਜਿੰਨਾ ਵੀ ਕੋਈ ਫਰਕ ਨਹੀਂ ਹੈਗਾ। ਸੋ ਪਿਛਲੀ ਵਾਰੀ ਵੀ ਸਾਰੇ ਪਰਿਵਾਰ ਨੇ, ਸਾਰੇ ਇਲਾਕੇ ਨੇ ਆਸ਼ੀਰਵਾਦ ਦਿੱਤਾ ਔਰ MLA ਬਣਨ ਦਾ ਮੌਕਾ ਮਿਲਿਆ, ਔਰ 5 ਸਾਲ ਸੇਵਾ ਕਰਨ ਤੋਂ ਬਾਅਦ ਅੱਜ ਫਿਰ ਸਾਰਾ ਪਰਿਵਾਰ ਇਕੱਠਾ ਹੋ ਕੇ ਅੱਜ ਲੋਕਾਂ 'ਚ ਜਾ ਰਹੇ ਹਾਂ, ਔਰ ਫਿਰ ਇਲੈਕਸ਼ਨ ਜਿਹੜੀ ਲੜਾਂਗੇ। ਟਿਕਟਾਂ ਜਿਹੜੀਆਂ ਵਾ ਉਹ ਹਾਈ ਕਮਾਂਡ ਨੇ ਫੈਸਲਾ ਲੈਣਾ, ਔਰ ਜਲਦੀ ਤੋਂ ਜਲਦੀ ਸਾਡੇ ਤੋਂ ਪਹਿਲਾਂ ਤੁਹਾਨੂੰ ਉਸ ਗੱਲ ਦਾ ਪਤਾ ਲੱਗ ਜਾਣਾ। ਸਰਦਾਰ ਸਾਹਿਬ, ਤੁਸੀਂ ਤੇ ਬਹੁਤ ਲੰਬਾ ਸਮਾਂ ਕਾਂਗਰਸ ਦੀ ਸਿਆਸਤ ਦੇਖੀ ਹੈਗੀ, ਕੀ ਲੱਗਦਾ ਤੁਸੀਂ ਕੀ ਦੇਖ ਰਹੇ ਹੋ ਮਾਝੇ ਦੇ ਅੰਦਰ ਕਾਂਗਰਸ ਦੀ ਸਿਆਸਤ ਕੀ ਕਹਿ ਰਹੀ ਹੈ? ਕਿਉਂਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਦਾਅਵੇ ਬੜੇ ਵੱਡੇ ਨੇ ਕਿ ਕਾਂਗਰਸ ਨੇ ਰਾਜ ਕੀਤਾ, ਕਾਂਗਰਸ ਨੇ ਬੇੜਾ ਗਰਕ ਕਰਤਾ, ਕਾਂਗਰਸ ਦਾ ਕੁਝ ਨਹੀਂ ਬਣਨਾ। ਪਹਿਲਾਂ ਮੈਂ ਸਾਰਿਆਂ ਨੂੰ ਬਹੁਤ ਹੀ ਅੱਜ ਪਿੱਤਰ ਦੇ ਤੇ ਵਧਾਈ ਦਿੰਦਾ ਹਾਂ, ਸਾਰੇ ਦਰਸ਼ਕਾਂ ਨੂੰ। ਮਾਝੇ ਦੀ ਸਿਆਸਤ ਸ਼ੁਰੂ ਤੋਂ ਜਦੋਂ ਦੀ ਅਸੀਂ ਅਲੱਗ ਹੋਏ ਹਾਂ ਜਾਂ ਉਸ ਤੋਂ ਪਹਿਲਾਂ ਵੀ ਲੈ ਲਓ, ਬੜੀ ਭਾਰੂ ਰਹੀ ਹੈ। ਚਾਹੇ ਜਹੇਦਾਰ ਊਧਮ ਸਿੰਘ ਹੋਣ ਹੋਣੀ ਦਾਗੋਕਿਆਂ ਵਾਲੇ, ਚਾਹੇ ਈਸ਼ਰ ਸਿੰਘ ਮਝੈਲ ਹੋਣੀ ਹੋਣ, ਜਿਨ੍ਹਾਂ ਨੇ ਅਕਾਲੀ ਦਲ 'ਚ ਵੀ ਬੜਾ ਵੱਡਾ ਪ੍ਰਭਾਵ ਰੱਖਿਆ ਹੈ। ਔਰ ਕਾਂਗਰਸ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਜਦੋਂ ਆਏ ਔਰ ਬਹੁਤ ਵੱਡੇ ਉਹਨਾਂ ਮਾਰ ਕੇ ਮਾਰੇ, ਔਰ ਬਹੁਤ ਵੱਡੇ ਕੰਮ ਉਹਨਾਂ ਕੀਤੇ। ਜਿਸ ਤਰ੍ਹਾਂ ਭਾਖੜਾ ਡੈਮ ਦੇ ਲੈ ਲਓ, ਐਗਰੀਕਲਚਰ ਯੂਨੀਵਰਸਿਟੀ ਲੈ ਲਓ, ਚੰਡੀਗੜ੍ਹ ਦਾ ਮਸਲਾ ਲੈ ਲਓ, ਇਹ ਸਾਰੇ ਉਹਨਾਂ ਨੇ ਕੰਮ ਕੀਤੇ। PGI ਇੱਕ ਬਹੁਤ ਵੱਡਾ ਅਦਾਰਾ ਹੈ ਜਿਹੜਾ ਉਹਨਾਂ ਵੀ ਉਹ ਲਿਆਂਦਾ। ਉਹਨਾਂ ਨੇ ਜਿੰਨੇ ਕੰਮ ਕੀਤੇ ਆ ਨਾ ਕੋਈ ਕਰ ਸਕਦਾ ਹੈ, ਨਾ ਕੋਈ ਹੋਣੇ ਨੇ। ਇਹ ਸਿਰਫ ਮਾਝੇ ਨੂੰ ਹੀ ਕਹਿ ਲਓ ਵੀ ਉਹਦੇ ਤਗੜਾ ਜਿਹਾ ਰਹਿਣ ਉੱਠਿਆ ਸੀ, ਉਹਨੇ ਸਾਰੇ ਕੰਮ ਡਿਵੈਲਪਮੈਂਟ ਦੇ ਵਿਕਾਸ ਦੇ ਸਾਰੇ ਉਹਦਾ ਕੰਮ ਕਰਾਏ। ਮਾਝੇ ਦੀ ਸਿਆਸਤ ਹਮੇਸ਼ਾ ਹੀ ਜਿਸ ਤਰ੍ਹਾਂ MLA ਸਾਹਿਬ ਦੱਸੀ ਆ, ਇਸ ਤਰ੍ਹਾਂ ਰਹੀ ਆ, ਇੱਕ ਤਰਫਾ ਹੀ ਚੱਲਦਾ ਹੈ। ਇੱਥੇ ਪਿੰਡਾਂ 'ਚ ਧੜੇਬੰਦੀ ਆ, ਲੋਕ ਆਪੋ ਆਪਣੇ ਧੜਿਆਂ ਨਾਲ ਬੱਧੇ ਔਰ ਪੱਕੇ ਧੜੇ ਬਣੇ ਆ। ਦੁਆਬੇ ਜੀ ਬਦਲ ਜਾਂਦੇ ਆ, ਇੱਥੇ ਉਸੇ ਨੇ ਜਾਣਾ ਅਗਲੇ ਦੀ ਰੈਲੀ 'ਚ ਜਿਹੜਾ ਉਹਦੇ ਨਾਲ ਹੀ ਆ, ਦੂਜਾ ਨਹੀਂ ਉੱਥੇ ਜਾਂਦਾ। ਇਸ ਗੱਲ ਦੀ ਕੀ ਗਰੰਟੀ ਹੈ ਕਿ ਇਹ ਧੜਾ ਜਿਹੜੇ ਤੁਸੀਂ ਧੜਿਆਂ ਦੀ ਰਾਜਨੀਤੀ ਕਹਿੰਦੇ ਹੋ, ਜਿਹੜਾ ਤੁਸੀਂ ਕਹਿੰਦੇ ਇੱਕੋ ਨਾਲ ਜਾਣਾ, ਤਾਂ ਇੱਕੋ ਨਾਲ ਉਹ ਅਕਾਲੀ ਦਲ ਤੇ ਆਪ ਨਾਲ ਕਿਉਂ ਨਹੀਂ ਜਾ ਸਕਦੇ? ਜਿਹੜੇ ਕਾਂਗਰਸ ਨਾਲ ਉਹ ਕਾਂਗਰਸ ਨਾਲ ਨੇ, ਜਿਹੜੇ ਅਕਾਲੀ ਦਲ ਨੇ ਉਹ ਅਕਾਲੀ ਦਲ ਦੇ ਨਾਲ ਨੇ। ਮੇਰੇ ਕਹਿਣ ਦਾ ਭਾਵ ਜਿੱਥੇ ਗਰੁੱਪ ਖਲੋਤਾ ਹੈ, ਜਿਸ ਨਾਲ ਹੈਗੇ, ਉਹ ਸਾਰਾ ਟੁੱਟਣਾ ਬੜਾ ਔਖਾ ਹੈ। ਤੁਹਾਡੀ ਰੀਡਿੰਗ ਕੀ ਹੈ ਵੈਸੇ ਕਾਂਗਰਸ ਨੂੰ ਲੈ ਕੇ, ਕੀ ਰੀਡਿੰਗ ਆ? ਬਹੁਤ ਵਧੀਆ ਰਹੂਗੀ। 25 ਸੀਟਾਂ ਚੋਂ ਕਿੰਨੀਆਂ? ਸਿਰਫ 25 25 ਚੋਂ ਮੈਂ ਮਾਝੇ ਦੀਆਂ ਚੋਂ ਕਹਿ ਰਿਹਾ। ਸੀਟਾਂ ਜ਼ਿਆਦੀਆਂ ਹੋਣਗੀਆਂ ਕੀ, ਕਾਫੀ ਅੱਛੀ ਲੜਾਈ ਹੋਊਗੀ। ਜਿਸ ਦਿਨ ਤੋਂ ਅੱਜ ਜੋੜੀ ਸਾਡੇ ਆ ਗਈ ਆ ਸਿੱਧੂ ਸਾਹਿਬ ਦੀ, ਚੰਨੀ ਸਾਹਿਬ ਦੀ, ਔਰ ਉਹਨਾਂ ਬੜੇ ਵਿਕਾਸ ਦੇ ਕੰਮ ਕਰਾਤੇ, ਲੋਕਾਂ ਦੀ ਗੱਲ ਮਨ 'ਚ ਆ ਗਈ ਆ। ਔਰ ਬਸ ਸਿਆਸਤ ਜਿਹੜੀ ਕਾਂਗਰਸ ਆ ਉਹਦਾ ਲੈਵਲ ਉੱਚਾ ਹੈ, ਪੱਧਰ ਉੱਚਾ ਹੋਇਆ ਅੱਗੇ ਨਾਲੋਂ। ਜ਼ਿਆਦਾ ਸੀਟਾਂ ਹੋਣਗੀਆਂ। ਬ੍ਰਿਸਬਤ ਜੇ ਪਹਿਲਾਂ ਅੱਜ ਤੋਂ 6 ਮਹੀਨੇ 4 ਮਹੀਨੇ 6 ਮਹੀਨੇ ਹੁੰਦੀ ਫਿਰ ਫਰਕ ਸੀ। ਪਰ ਲੜਾਈ ਤੇ ਅੰਦਰ ਕਾਂਗਰਸ ਦੇ ਅੰਦਰ ਜਿਹੜੀ ਲੜਾਈ ਰਹਿੰਦੀ ਹੈਗੀ, ਇਹ ਸ਼ੁਰੂ ਤੋਂ ਕਦੇ ਬਾਜਵਾ ਵਰਸਸ ਕੈਪਟਨ, ਕਦੇ ਪੱਠਲ ਵਰਸਸ ਕੈਪਟਨ, ਕਦੇ ਕੈਪਟਨ ਵਰਸਸ ਸਿੱਧੂ, ਹੁਣ ਸਿੱਧੂ ਵਰਸਸ ਚੰਨੀ ਹੋਈ ਪਈ ਆ। ਕੋਈ ਜਗ੍ਹਾ ਹੈਗੀ ਜਿੱਥੇ ਲੜਾਈ ਨਹੀਂ? ਕੋਈ ਮੁਲਕ ਲੈ ਲਓ ਦੁਨੀਆ ਦਾ, ਕੋਈ ਰਾਜਾ ਮਹਾਰਾਜਾ ਲੈ ਲਓ, ਕੋਈ ਮੁੱਖ ਮੰਤਰੀ ਲੈ ਲਓ, ਕਿੱਥੇ ਲੜਾਈ ਨਹੀਂ? ਕਿਹੜੀ ਪਾਰਟੀ ਦੇ ਅੰਦਰ ਲੜਾਈ ਨਹੀਂ? ਹਰ ਇੱਕ ਦਾ ਜੀ ਕਹਿੰਦਾ ਮੈਂ ਮੁੱਖ ਮੰਤਰੀ ਬਣਾ, ਹਰ ਇੱਕ ਦਾ ਜੀ ਕਹਿੰਦਾ ਮੈਂ ਮਿਨਿਸਟਰ ਬਣਾ, ਹਰ ਇੱਕ ਦਾ ਜੀ ਕਹਿੰਦਾ ਮੈਂ MLA ਬਣਾ, ਇਹਨੂੰ ਠਾਂ ਲਾ ਕੇ ਆਪ ਬਣਾ। ਇਹ ਲੜਾਈ ਚੱਲਦੀ ਰਹਿਣੀ ਤੇ ਹਟਣੀ ਨਹੀਂ ਕਦੀ ਵੀ। ਇਸੇ ਲੜਾਈ 'ਚ ਫਤਿਹ ਹੋਣੀ ਹੈ। ਅੱਛਾ, ਇਹ ਇੱਕ ਲੜਾਈ ਦੀ ਗੱਲ ਤੁਸੀਂ ਛੇੜੀ ਆ। ਅਕਸਰ ਪਹਿਲਾਂ ਵੀ 2017 'ਚ ਵੀ ਇਹ ਗੱਲ ਚੱਲੀ ਕਿ ਤੁਹਾਡੇ ਪਰਿਵਾਰ ਦੇ ਅੰਦਰ ਟਿਕਟ ਨੂੰ ਲੈ ਕੇ ਹੁਣ ਵੀ ਇਹ ਗੱਲ ਚੱਲਦੀ ਹੈਗੀ, ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਕਿ ਇਸ ਤਰ੍ਹਾਂ ਦੀ ਗੱਲ ਹੈ ਕੋਈ ਲੜਾਈ ਨਹੀਂ ਸੀ, ਹੁਣ ਵੀ ਕੋਈ ਲੜਾਈ ਨਹੀਂ ਗਈ। ਸਾਰਾ ਪਰਿਵਾਰ ਇਕੱਠੇ ਅਸੀਂ। ਹਾਂ, ਸਾਰਾ ਪਰਿਵਾਰ ਇਕੱਠਾ ਹੈਗਾ। ਸਾਰਾ ਪਰਿਵਾਰ ਇਕੱਠਾ। ਵਿਰਸਾ ਸਿੰਘ ਬਲਟੋਹਾ ਅਕਸਰ ਤੁਹਾਡੇ ਤੇ ਸਭ ਤੋਂ ਜ਼ਿਆਦਾ ਤੁਹਾਨੂੰ ਪਤਾ ਤਿੱਖੇ ਰੂਪ 'ਚ ਵਰਦੇ ਨੇ। ਪਿੱਛੇ ਜੇ ਸੁਖਬੀਰ ਬਾਦਲ ਆਏ ਇੱਥੇ ਤੁਹਾਡੇ ਇਲਾਕੇ 'ਚ, ਵਿਰਸਾ ਸਿੰਘ ਬਲਟੋਹਾ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਕਿ ਦੇਖੋ ਜੀ ਮਾਈਨਿੰਗ ਦਾ ਮਸਲਾ
ਨਾਂ ਲਏ ਗਏ, ਤੁਹਾਡਾ ਨਾਂ ਲਿਆ, ਉਹਨਾਂ ਨੇ ਬਹੁਤ ਤਿੱਖੇ ਤਰੀਕੇ ਨਾਲ ਬੋਲੇ, ਕੀ ਜਵਾਬ ਆ ਉਸ ਗੱਲ ਦਾ? ਕੀ ਤੁਸੀਂ ਮਾਈਨਿੰਗ ਦਾ ਲੀਗਲ ਕੰਮ ਕਰਦੇ ਹੋ, ਇਲੀਗਲ ਕਰਦੇ ਹੋ? ਦੇਖੋ, ਪਹਿਲੀ ਗੱਲ ਤੇ ਮਾਈਨਿੰਗ ਨਾਲ ਮੇਰਾ ਕੋਈ ਸਿੱਧਾ ਲੈਣਾ ਦੇਣਾ ਨਹੀਂ ਹੈਗਾ। ਔਰ ਸਾਡਾ ਹਲਕਾ ਜਿੱਥੇ ਤੁਸੀਂ ਅੱਜ ਇੱਥੇ ਬੈਠੇ ਹੋ, ਇੱਥੇ ਲਾਗੇ ਸਾਡੇ ਕੋਈ ਦਰਿਆ ਨਹੀਂ ਹੈਗਾ ਜਿਹਦੇ ਨਾਲ ਕੋਈ ਉੱਥੇ ਮਾਈਨਿੰਗ ਦਾ ਕੋਈ ਸਿਸਟਮ ਚੱਲ ਸਕੇ। ਕੋਈ ਜਿਹੜੀ ਉਹ ਇਹਨਾਂ ਵਿਰਸਾ ਸੋਹਰਾਂ ਨੇ ਔਰ ਸਾਰਿਆਂ ਨੇ ਜਿੰਨੇ ਵੀ ਅਕਾਲੀ ਦਲ ਵਾਲਿਆਂ ਨੇ ਗੁੰਮਰਾਹ ਕਰਕੇ ਉੱਥੇ ਬਿਆਸ ਦੇ ਲਾਗੇ ਜਾ ਕੇ ਤੇ ਉੱਥੇ ਕਿਵੇਂ ਭੰਡੀ ਪ੍ਰਚਾਰ ਕਰਕੇ ਵੀ ਆਹ ਵੇਖੋ ਲੱਖਾਂ ਕਰੋੜਾਂ ਰੁਪਈਆਂ ਦਾ ਘਪਲਾ ਹੋਇਆ, ਇਹ ਹੋਇਆ, ਉਹ ਹੋਇਆ, ਔਰ ਮੀਡੀਆ ਨੂੰ ਵੀ ਗੁੰਮਰਾਹ ਕੀਤਾ, ਲੋਕਾਂ ਨੂੰ ਵੀ ਗੁੰਮਰਾਹ ਕੀਤਾ, ਔਰ ਸਰਕਾਰ ਨੇ ਉਹਦੀ ਇਨਕੁਆਇਰੀ ਕਰਕੇ ਔਰ ਉਸ ਚੀਜ਼ ਦੇ ਸਾਰੇ ਤੱਤ ਕੱਢ ਕੇ ਔਰ ਉਹਨਾਂ ਦੇ ਉੱਤੇ ਪਰਚਾ ਦਿੱਤਾ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਸ ਝੂਠੀ ਅਫਵਾਹ ਦਾ ਉੱਤੇ ਪਰਚਾ ਦਰਜ ਹੈ ਤੇ ਤਰੀਕਾਂ ਪੈਣਡੀਆਂ ਉਹਦੀਆਂ। ਸੋ ਝੂਠ ਤੇ ਜੋ ਮਰਜ਼ੀ ਮਾਰੀ ਜਾਓ, ਹੁਣ ਵਿਰੋਧੀਆਂ ਨੇ ਤੇ ਕਦੀ ਤਾਰੀਫ ਕਰਨੀ ਨਹੀਂ, ਤੇ ਵਿਰੋਧੀਆਂ ਤੋਂ ਨਾ ਸਾਨੂੰ ਸਰਟੀਫਿਕੇਟ ਲੈਣ ਦੀ ਲੋੜ ਹੈ। ਸੋ ਜਿਹੜਾ ਵੀ ਕੰਮ ਸਾਡਾ ਜੋ ਕੁਝ ਵੀ ਹੈਗਾ ਵਾ ਉਹ ਸਾਡਾ ਲੀਗਲ ਆ, 1 ਨੰਬਰ ਦੇ ਵਿੱਚ ਆ, ਔਰ ਮਾਈਨਿੰਗ ਤੇ ਦੂਜੇ ਤੀਜੇ ਨਾਲ ਮੇਰਾ ਡਾਇਰੈਕਟ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ। ਵਿਰਸਾ ਸਿੰਘ ਵਲਟੋਹਾ ਦੀ ਕਿਵੇਂ ਦੇਖਦੇ ਹੋ ਰਾਜਨੀਤੀ ਨੂੰ? ਉਰੇ ਆਮ ਆਦਮੀ ਪਾਰਟੀ ਵੀ ਹੈ, ਵਿਰਸਾ ਸਿੰਘ ਵਲਟੋਹਾ ਨੇ ਤਿਕੋਣਾ ਮੁਕਾਬਲਾ ਮੰਨ ਲਓ ਇੱਥੇ, ਹੈ ਨਾ। ਕਿਸਾਨਾਂ ਦੀ ਵੀ ਪਾਰਟੀ ਆ ਰਹੀ ਹੈਗੀ, ਕਿਸਾਨਾਂ ਦੀ ਪਾਰਟੀ ਨੂੰ ਜਾਂ ਤੁਹਾਡੇ ਆਪੋਜੀਸ਼ਨ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਦੇਖੋ, ਜਿਹੜਾ ਤੇ ਵਿਰਸਾ ਸਿੰਘ ਦੀ ਰਾਜਨੀਤੀ ਆ, ਉਹਨੇ ਆਪਦੇ ਜੀਵਨ 'ਚ ਹਮੇਸ਼ਾ ਹੀ ਲੋਕਾਂ ਦਾ ਬੇੜਾ ਗਰਕ ਕੀਤਾ। ਜਦੋਂ ਛੋਟੀ ਉਮਰ 'ਚ ਸਟੂਡੈਂਟ ਫੈਡਰੇਸ਼ਨ ਤੋਂ ਬਾਹਰ ਨਿਕਲ ਕੇ ਆਇਆ ਤੇ ਉਹਨੇ ਕੌਮ ਦਾ ਨਾਂ ਉੱਤੇ ਕਾਲੇ ਧੱਬੇ ਲਾਏ, ਅੱਤਵਾਦ ਸ਼ਾਮਲ ਹੋ ਕੇ ਇੱਥੇ ਅਮਰਕੋਟ ਸਾਡੇ ਨਾਲ ਹੀ ਆ, ਆਪਦੇ ਹੱਥੀ ਉਹਨੇ ਕਤਲ ਉਹਨੇ ਕੀਤੇ। ਭਗੌੜਾ ਰਿਹਾ, 302 ਦੇ ਪਰਚੇ ਹੁਣ ਤੱਕ ਭੁਗਤਣ ਡਿਆ, ਇੱਕ ਕ੍ਰਿਮੀਨਲ ਬੰਦਾ ਜਿਹੜਾ ਉਹਦਾ ਰਿਕਾਰਡ ਹੈ। ਔਰ ਉਸ ਤੋਂ ਬਾਅਦ ਜਦੋਂ ਸਿਆਸਤ 'ਚ ਆਇਆ ਤੇ 10 ਸਾਲਾਂ 'ਚ ਉਹਨੇ ਸਾਰਾ ਇਲਾਕਾ ਹੀ ਨਸ਼ੇ ਤੇ ਲਾਤਾ, ਸਾਰਾ ਇਲਾਕਾ ਹੀ ਗੁੰਡਾਗਰਦੀ ਤੇ ਲਾਤਾ। ਉਹਨੇ ਕਿਹਾ ਕਿ ਕੇਸ 'ਚੋਂ ਮੈਂ ਬਰੀ ਹੋ ਗਿਆ, ਉਹ ਕੇਸ ਮੇਰੇ ਖਿਲਾਫ ਝੂਠਾ ਸੀਗਾ, ਵਿਰਸਾ ਸਿੰਘ ਵਲਟੋਹਾ ਇਹ ਕਹਿੰਦੇ ਨੇ। ਇਹ ਝੂਠਾ ਨਹੀਂ ਸੀ, ਬਿਲਕੁਲ ਸੱਚਾ ਕੇਸ ਸੀ, ਪਰ ਉਹ ਸਰਕਾਰਾਂ ਨੇ ਟ੍ਰੇਨ ਵਾਲੇ ਕੇਸ ਦੀ ਗੱਲ ਕਰ ਰਹੇ ਹੋ ਨਾ ਤੁਸੀਂ? ਡਾਕਟਰ ਤਰੇਨ ਦਾ, ਇੱਕ ਰੇਲਵੇ ਮਰਡਰ, ਪਤਾ ਨਹੀਂ ਕਿੰਨੇ ਮਰਡਰ ਨੇ। ਇਹਦੀ ਇੱਕ ਕਿਤਾਬ ਜਦੋਂ ਇਹ ਉੱਥੇ ਜੇਲ੍ਹ 'ਚ ਬੰਦ ਸੀ, ਕਨਫੈਸ਼ਨ ਆਫ ਏ ਟੈਰਰਿਸਟ ਇੰਡੀਆ ਟੁਡੇ ਦਾ ਆਰਟੀਕਲ 84 ਜੂਨ ਦਾ ਕਿ ਕਿੰਨੀ ਦਾ ਉਹਦਾ ਵਿੱਚ ਸਾਰੀ ਇਹਨੇ ਖੁਦ ਇਹਨੇ ਆਪਦੇ ਬਿਆਨ ਦਿੱਤੇ ਵੀ ਮੈਂ ਕੀ ਕੀਤਾ। ਇਹਨੇ ਦੱਸਿਆ ਉੱਥੇ ਵੀ ਮੈਂ 19 ਨੰਬਰ ਕੇ 14 ਨੰਬਰ ਕਮਰੇ 'ਚ ਉੱਥੇ ਰਹਿੰਦਾ ਸੀ, ਔਰ ਉੱਥੇ ਕੀ ਗੰਦ ਪਾਉਂਦੇ ਰਹੇ ਦਰਬਾਰ ਸਾਹਿਬ 'ਚ। ਇਹਨੇ ਮੂੰਹੋਂ ਗੱਲਾਂ ਬਕੀਆਂ, ਉੱਥੇ ਹਥਿਆਰ ਲੈ ਕੇ ਜਾਂਦੇ ਰਹੇ, ਔਰ ਕਦੋਂ ਇਹਨੇ ਜਾ ਕੇ ਉਦੋਂ ਦੇ ਐਜੂਕੇਸ਼ਨ ਮਿਨਿਸਟਰ ਅਜਨਾਲਾ ਸਾਹਿਬ ਦੇ ਘਰੇ ਨੇ ਕਦੋਂ ਬੰਬ ਸੁੱਟਿਆ, ਔਰ ਕੀ ਜਾ ਕੇ ਉੱਥੋਂ ਪਾਕਿਸਤਾਨ ਕਿਹੜੇ ਰਾਹ 'ਚ ਜਾਂਦਾ ਰਿਹਾ, ਪਾਕਿਸਤਾਨ 'ਚ ਕਿੱਥੇ ਕਿੱਥੇ ਸ਼ੈ ਇਹਨੂੰ ਮਿਲਦੀ ਰਹੀ, ਸਾਰਾ ਕੁਝ ਇਹਨੇ ਦੱਸਿਆ। ਇਹਨੇ ਤੇ ਬੇੜਾ ਕਰਕੇ ਨਹੀਂ ਕੀਤਾ ਇਹਨੇ ਸਾਡਾ, ਔਰ 10 ਸਾਲਾਂ 'ਚ ਸਾਡੇ ਮੁੰਡਿਆਂ ਨੂੰ ਇਹਨੇ ਪੁੱਠੇ ਰਾਹ ਤੇ ਲਾ ਕੇ ਇਹਨੇ ਕੀਤਾ ਕੀ, ਮੈਨੂੰ ਦੱਸੋ? ਸਵਾਏ ਨਫ਼ਰਤ ਦੀ ਰਾਜਨੀਤੀ ਤੋਂ ਬਗੈਰ। ਵਲਟੋਹਾ ਦੇ ਸਮਰਥਕ ਦੇ ਵਲਟੋਹਾ ਕਹਿੰਦੇ ਨੇ ਸਾਡੀ ਸੱਤਾ ਆਉਣ ਜਾ ਰਹੀ ਹੈ, ਅਗਲੀ ਅਕਾਲੀ ਦਲ ਸਰਕਾਰ 'ਚ ਆਉਣ ਜਾ ਰਿਹਾ ਹੈਗਾ। ਦੇਖੋ, ਸਿੱਧੂ ਨੂੰ ਵੀ ਕਹਿੰਦੇ ਨੇ ਕਿ ਸਿੱਧੂ ਤੋਂ ਸਿੱਧੇ ਹਿਸਾਬ ਲਵਾਂਗੇ। ਹਿਸਾਬ ਕਿਤਾਬ ਤਾਂ ਜਿਹੜਾ ਲੈਣਾ ਉਹ ਤਾਂ ਬਾਅਦ ਦੀ ਗੱਲ ਹੈ, ਪਰ ਅੱਜ ਕੱਲ੍ਹ ਕਹਿੰਦਾ ਕੌਣ ਨਹੀਂਗਾ ਮੇਰੀ ਰਾਜਨੀਤੀ ਮੇਰੀ ਸਰਕਾਰ ਨਹੀਂ ਬਣਨੀ। ਆਪ ਵਾਲਿਆਂ ਨੂੰ ਪੁੱਛ ਲਓ, ਕਹਿੰਦਾ ਅਸੀਂ 100 ਸੀਟ ਲੈ ਕੇ ਜਾਣੀ। ਬੀਜੇਪੀ ਵਾਲਿਆਂ ਨੂੰ ਪੁੱਛੋ, ਕਹਿੰਦਾ ਅਸੀਂ 80 ਲੈ ਕੇ ਜਾਣੀਆਂ। ਕਿਸਾਨਾਂ ਨੂੰ ਪੁੱਛ ਲਓ, ਕਹਿੰਦੇ ਵੀ ਸਰਕਾਰ ਹੀ ਅਸੀਂ ਬਣਾਉਣੀ ਹੈ। ਤੇ ਅੱਜ ਕਹਿੰਦਾ ਕਿ ਜਿੰਨਾ ਚਿਰ ਤੱਕ ਰਿਜ਼ਲਟ ਨਹੀਂ ਆਉਂਦੇ, ਜਿੱਤ ਕੇ ਤੇ 117 ਹੀ ਜਾਣੇ, ਤੇ ਲੜਨੀ 500 ਆ ਜਾਂ 700 ਜਾਂ 800 ਨੇ, ਤਾਂ ਸਾਰੇ ਜਿੱਤ ਕੇ ਬੈਠੇ ਘਰੇ। ਸੋ ਇਹ ਤੇ ਲੋਕਾਂ ਨੇ ਫੈਸਲਾ ਕਰਨਾ, ਜਿਨ੍ਹਾਂ ਨੇ ਚੰਗੇ ਕੰਮ ਕੀਤੇ ਆ, ਜੋ ਜਾਂ ਗਾਂ ਜਿਨ੍ਹਾਂ ਨੇ ਕਰਕੇ ਦੇਣੀਆਂ ਕੀ ਕਮਿਟਮੈਂਟਸ ਆ, ਲੋਕਾਂ ਨੇ ਉਹਨੂੰ ਵੇਖ ਕੇ ਵੋਟਾਂ ਪਾਉਣੀਆਂ। ਕਹਿਣਾ ਤੇ ਹਰ ਕੋਈ ਕਾਵਾਂ ਦੇ ਕਹਿਣਾ ਢੋਲ ਥੋੜਾ ਪਾੜ ਜਾਣੇ। ਇਹਨਾਂ ਦਾ ਤਾਂ ਕੰਮ ਹੀ ਵੀ ਅਸੀਂ ਸਰਕਾਰ ਬਣਾਉਣੀ ਹੈ, ਲਾਲਾ ਕਰਦੇ ਭੱਜੇ ਫਿਰਦੇ ਆ। ਔਰ ਕੀਤਾ ਕੀ ਮੈਨੂੰ ਦੱਸੋ ਇਹਨਾਂ 10 ਸਾਲ ਦੇ ਟਾਈਮ ਦੇ ਵਿੱਚ? ਇਹ ਮੈਂ ਇਹਨਾਂ ਨੂੰ ਪੁੱਛਦਾ ਨਾ, ਦੱਸੋ ਇੱਕ ਪਿੰਡ ਦੱਸੋ ਜਿੱਥੇ ਤੁਸੀਂ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ, ਕੋਈ ਗੰਦੇ ਪਾਣੀ ਦਾ ਨਿਕਾਸ ਦਾ ਕੀਤਾ, ਕੋਈ ਸਕੂਲ, ਕਾਲਜ, ਹਸਪਤਾਲ, ਡਿਸਪੈਂਸਰੀ, ਕਿਸੇ ਨੂੰ ਕੋਈ ਚਾਹੀਦੀ ਦਵਾਈ ਨਹੀਂ ਮਿਲਦੀ ਸਵਾਏ ਡਾਕਟਰਾਂ ਤੋਂ, 26 ਤੇ 307 ਤੋਂ ਬਗੈਰ ਕੀਤਾ ਕੀ ਇਹਨਾਂ ਨੇ, ਮੈਨੂੰ ਦੱਸੋ? ਅੱਜ ਤਰਨਤਾਰਨ ਜ਼ਿਲ੍ਹਾ ਜਿਹੜਾ ਜਿਹਨੂੰ ਅਸੀਂ ਕੱਢ ਕੇ ਸਕੂਲਾਂ ਦਾ ਪੱਧਰ ਉਹ ਕੀਤਾ ਵੀ ਸਾਡੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਇੰਗਲਿਸ਼ ਲੱਗਦੀ, ਹਰ ਬੱਚਾ ਬਾਹਰ ਜਾਣਾ ਚਾਹੁੰਦਾ, ਆਈਲੈਟ ਕਲੀਅਰ ਕਰਨਾ ਚਾਹੁੰਦਾ, ਔਰ ਸਵਾਏ ਨਕਲਖੋਰੀ ਤੋਂ ਬਗੈਰ ਸਾਡਾ ਜ਼ਿਲ੍ਹਾ ਤੇ ਬਦਨਾਮ ਇਹਨਾਂ ਨੇ ਹਿੰਦੁਸਤਾਨ 'ਚ ਕੀਤਾ ਪਿਆ। 90% ਬੱਚਿਆਂ ਦੇ ਨੰਬਰ ਤੇ ਅੰਗਰੇਜ਼ੀ 'ਚ ਨਾਂ ਨਹੀਂ ਲਿਖਣਾ ਆਉਂਦਾ, ਤੇ ਕੀ ਕਰਨਗੇ ਦੱਸੋ ਮੈਨੂੰ? ਵਲਟੋਹਾ ਕਹਿੰਦੇ ਨੇ ਜਦੋਂ ਤੁਸੀਂ ਐਮਐਲਏ ਬਣੇ ਹੋ, ਤੁਸੀਂ ਉਹਨਾਂ ਤੇ ਐਲੀਗੇਸ਼ਨ ਲਾ ਰਹੇ ਹੋ ਕਿ ਇਸ ਇਲਾਕੇ ਦੇ ਅੰਦਰ ਸਭ ਕੁਝ ਤੁਹਾਡੇ ਮੁਤਾਬਕ ਹੋਇਆ, ਸਰਪੰਚ ਵੀ ਤੁਸੀਂ ਬਣਾਏ, ਇੱਥੋਂ ਤੱਕ ਉਹਨਾਂ ਨੇ ਐਲੀਗੇਸ਼ਨ ਲਾਇਆ ਕਿ ਪੈਸੇ ਲੈ ਕੇ ਬਹੁਤ ਸਾਰਾ ਕੁਝ ਕਿਹਾ ਤੁਹਾਡੇ ਬਾਰੇ। ਕਿਉਂ ਕਿਉਂ ਕਿਹਾ ਜਾ ਰਿਹਾ ਫਿਰ? ਕੀ ਦੇਖੋ, ਇਹਨਾਂ ਦੀ ਕਿਸੇ ਦੀ ਜ਼ਰੂਰਤ ਨਹੀਂ ਪਈ ਵੀ ਅਸੀਂ ਕਾਗਜ਼ ਭਰੀਏ। ਇਹਨਾਂ ਨੇ ਇੰਨੀ ਲੁੱਟ ਖਸੁੱਟ, ਲੱਖਾਂ ਕਰੋੜਾਂ ਰੁਪਈਆ BADP ਦਾ ਆਇਆ ਸੀ, ਪੈਨਸ਼ਨਾਂ ਦੇ ਘਪਲੇ, 250-250 ਰੁਪਈਆ ਦੇਣ ਨੂੰ ਲੋਕਾਂ ਨੂੰ ਜਲੀਲ, 2 ਰੁਪਈਏ ਕਿਲੋ ਕਣਕ ਨਹੀਂ ਦਿੱਤੀ, ਬੇੜਾ ਗਰਕ ਇਹਨਾਂ ਨੇ ਕਰਤਾ ਸੀ। ਕਿਸੇ ਦੀ ਹਿੰਮਤ ਨਹੀਂ ਹੈਗੀ ਵੀ ਵੋਟਾਂ ਮੰਗਾਂਗੇ ਕਿਹੜੇ ਮੂੰਹ ਨਾਲ। ਸੋ ਪਿੰਡਾਂ 'ਚ ਪਤਾ ਹੁੰਦਾ ਲੋਕਾਂ ਨੇ ਵੀ ਕੀ ਕੀਤਾ। ਧੜੇ ਦੀ ਰਾਜਨੀਤੀ MLA MP 'ਚ ਲੋਕ ਫਿਰ ਇੱਕ ਤਰੀਕੇ ਨਾਲ ਤੁਰ ਪੈਂਦੇ, ਜਦੋਂ ਸਰਪੰਚੀ ਦੀ ਗੱਲ ਆਉਂਦੀ ਉਦੋਂ ਪਤਾ ਹੁੰਦਾ ਵੀ ਮੇਰੀ ਕਰਤੂਤ ਕੀ ਆ। ਸੋ ਕੋਈ ਕਾਗਜ਼ ਹੀ ਕੋਈ ਨਹੀਂ ਭਰਨਾ ਆਇਆ, ਤੇ ਬਣਾਇਆ ਉਹਨਾਂ ਨੇ ਕਿੱਥੋਂ? ਸੋ ਇਸ ਕਰਕੇ ਅੱਜ ਜੇ ਸਰਪੰਚ ਬਣੇ ਆ ਜਾਂ ਕੀ ਬਣੇ ਆ, ਕਾਂਗਰਸ ਪਾਰਟੀ ਨੇ ਸਰਬਸੰਮਤੀ ਨਾਲ ਆਪਦੇ ਬੰਦੇ ਚੁਣੇ,
ਔਰ ਸਾਰੇ ਜਿੱਤ ਕੇ ਆਏ ਆ, ਚਾਹੇ ਬਲਾਕ ਸੰਮਤੀ ਆ, ਚਾਹੇ ਜ਼ਿਲ੍ਹਾ ਪ੍ਰੀਸ਼ਦ ਆ, ਔਰ ਸਾਰੇ ਥਾਵਾਂ ਦੇ ਉੱਤੇ ਨਿਰਪੱਖ ਜਿਹੜਾ ਵਾ ਡੈਮੋਕ੍ਰੇਸੀ ਦੇ ਤਹਿਤ ਸਾਰਾ ਕੰਮ ਹੋਇਆ। ਹੁਣ ਸਭ ਕੀ ਲੱਗਦਾਗਾ ਲੜਾਈ ਕਾਂਗਰਸ ਵਰਸਸ ਆਪ ਹੈ, ਕਾਂਗਰਸ ਵਰਸਸ ਅਕਾਲੀ ਦਲ ਹੈ, ਜਾਂ ਆਪ ਵਰਸਸ ਅਕਾਲੀ ਦਲ ਹੈ? ਕਾਂਗਰਸ ਵਰਸਸ ਅਕਾਲੀ ਦਲ ਲੜਾਈ ਹੋਊਗੀ ਕਾਂਗਰਸ ਵਰਸਸ ਪੂਰੇ ਪੰਜਾਬ 'ਚ ਪੰਜਾਬ ਆਪ ਨਹੀਂ ਹੈਗੀ। ਨਹੀਂ ਹੈਗੀ। ਆਪ ਤਾਂ ਬੜਾ ਵੱਡਾ ਦਾਅਵਾ ਕਰਦੀ ਹੈ ਕਿ ਲੜਾਈ 'ਚ ਅਸੀਂ ਸਭ ਤੋਂ ਅੱਗੇ ਹਾਂ, ਔਰ ਜਿਹੜੇ ਸਰਵੇ ਵਗੈਰਾ ਆ ਰਹੇ ਨੇ ਉਹ 'ਚ ਆਪ ਬਹੁਤ ਅੱਗੇ ਦਿਖ ਰਹੀ ਹੈ। ਨਹੀਂ ਦਾਅਵਾ ਤਾਂ ਮੈਂ ਵੀ ਕਰਦਾ ਮੈਂ ਪ੍ਰਾਈਮ ਮਿਨਿਸਟਰ ਬਣ ਜਾਣਾ। ਮੇਰਾ ਦਾਅਵਾ ਮਨਜ਼ੂਰ ਕਰ ਲਓ। ਨਹੀਂ, ਇੰਡੀਪੈਂਡੈਂਟ ਚੈਨਲਾਂ ਦੇ ਸਰਵੇ ਆ ਰਹੇ ਨੇ ਕਿ ਲੜਾਈ ਕਾਂਗਰਸ ਵਰਸਸ ਆਪ ਹੈ ਨਹੀਂ ਕਾਂਗਰਸ ਅਕਾਲੀ ਦਲ ਹੈ ਪੂਰੇ ਪੰਜਾਬ 'ਚ। ਪੂਰੇ ਪੰਜਾਬ 'ਚ। ਦੇਖ ਲਓ ਰਿਜ਼ਲਟ ਆ ਜਾਣੇ ਆ, ਤੁਹਾਡੇ ਸਾਹਮਣੇ ਆ ਜਾਊਗਾ। ਤਾਂ ਕੀ ਜਦੋਂ ਹੁਣ ਤੁਸੀਂ ਦੁਬਾਰਾ ਜਾਣਾ ਹੈਗਾ, ਤੁਹਾਡੇ ਕੋਲ ਹੁੰਦਾ ਨਾ ਕਿ ਲੋਕ ਪੁੱਛਣਗੇ ਭਾਈ ਕੀ ਭੁੱਲਰ ਨੇ ਕੀ ਕੀਤਾ, ਜੇ ਤੁਹਾਡੇ ਤੋਂ ਪੁੱਛੇ ਕੋਈ ਇਹੋ ਜਿਹੇ 5 ਕੰਮ ਗਿਣਾ ਸਕਦੇ ਹੋ ਕੋਈ, ਮੈਂ 5 ਕੰਮ ਕੀਤਾ ਤਾਂ ਵੋਟਾਂ ਪਾ ਦਿਓ ਮੈਨੂੰ? 5 ਕੰਮ ਮੈਂ 5 ਘੰਟੇ ਗਿਣਾ ਸਕਦਾ ਲਗਾਤਾਰ। ਹਾਂਜੀ ਚਲੋ ਕੰਮ ਕੀਤੇ ਦੱਸੋ, ਤੁਸੀਂ 5 ਕੰਮ ਕੀਤੇ, ਲਓ ਦੱਸੋ। 5 ਵੱਡੇ ਕੰਮ ਦੱਸੋ ਨਾ, ਛੋਟੇ ਮੋਟੇ ਤਾਂ ਗਲੀਆਂ ਨਾਲੀਆਂ ਤਾਂ ਚੱਲਦੀਆਂ ਰਹਿੰਦੀਆਂ ਨੇ। ਨਾਲੀਆਂ ਨਾਲੀਆਂ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ। ਇਹ ਸਾਡਾ ਇਲਾਕਾ ਜਿਹੜਾ ਹੈ ਖਾਰੇ ਮਾਝੇ ਦੇ ਨਾਂ ਤੇ ਜਾਣਿਆ ਜਾਂਦਾ ਹੈ। ਇੱਥੇ ਛੋਰਾ ਹੁੰਦਾ ਸੀ, ਅੱਜ ਇੱਥੇ ਤੁਸੀਂ ਬੈਠੇ ਜੀ, ਇੱਥੇ ਜ਼ਮੀਨਾਂ ਸਾਡੀਆਂ ਉਪਜਾਊ ਨਹੀਂ ਸੀ, ਨਹਿਰੀ ਪਾਣੀ ਦਾ ਬੜਾ ਮਾੜਾ ਹਾਲ ਸੀ। ਜਦੋਂ ਪਹਿਲੋਂ ਮੌਕਾ ਮਿਲਿਆ 92 ਤੋਂ ਬਾਅਦ ਵੱਡੇ ਪੁੱਤਰ ਸਾਹਿਬ ਪਿਤਾ ਜੀ ਹੋਰਾਂ ਨੇ ਇਹ ਸਾਰੇ ਨਹਿਰੀ ਪਾਣੀ ਵਧਾਇਆ, 3.5 ਤੋਂ 5.5 ਕਿਊਸਿਕ ਕੀਤਾ, ਔਰ ਸਾਰੀਆਂ ਨਹਿਰਾਂ ਪੱਕਾ ਕੀਤੀਆਂ। ਇਹ ਉਹਨਾਂ ਦੇ ਟਾਈਮ ਤੋਂ ਆ। ਜਿਹੜੀ ਮੇਰੇ ਟਾਈਮ ਤੇ ਕੀ ਕੀਤਾ ਵੀ ਅੱਜ ਤੁਸੀਂ ਜਾ ਕੇ ਵੇਖ ਸਕਦੇ, ਸਾਰੀਆਂ ਨਹਿਰਾਂ ਕੰਕਰੀਟ ਦੀਆਂ ਬਣਾਈਆਂ, ਔਰ ਥੱਲਿਓਂ ਕੱਚੀਆਂ ਬਣਾਈਆਂ ਵੀ ਉਹ ਥੱਲੇ ਪਾਣੀ ਰੀਚਾਰਜ ਹੁੰਦਾ ਰਹੇ, ਸਾਨੂੰ ਨਹਿਰੀ ਪਾਣੀ ਮਿਲਦਾ ਰਹੇ। 12-13 ਸਾਲਾਂ ਬਾਅਦ ਲੋਕਾਂ ਨੇ ਐਤਕੀ ਆਪਦੇ ਨੱਕੇ ਮੋੜ ਕੇ ਵੇਖੇ, ਖੇਤਾਂ ਨੂੰ ਪਾਣੀ ਲਾਇਆ। ਲੋਕਾਂ ਨੇ ਤਾਂ ਖਾਲ ਵਾਲੇ ਹੀ ਆਪਦੇ 10 ਸਾਲਾਂ ਦੇ ਵਿੱਚ। ਪਹਿਲਾ ਕੰਮ। ਦੂਜਾ ਕੰਮ ਜਿਹੜਾ ਸਭ ਤੋਂ ਵੱਡਾ ਕਰਾਇਆ, ਪੀਣ ਵਾਲਾ ਪਾਣੀ ਜਿਹੜਾ ਵਾ ਸਾਡਾ ਬੜਾ ਮਾੜਾ ਹੋ ਚੁੱਕਾ, ਕਿਉਂਕਿ ਜਿਹੜਾ ਲੋਕ ਬੋਰ ਕਰਦੇ ਆ ਉੱਥੇ ਨਾਲ ਹੀ ਸੀਵਰੇਜ ਹੁੰਦਾ, ਉਹਦੀ ਗੰਦਗੀ ਆ ਠਾਂ ਤੋਂ ਠਾਂ ਤੁਰੀ ਜਾਂਦੀ, 300-400 ਫੁੱਟ ਤੱਕ ਪਾਣੀ ਪੀਣ ਵਾਲਾ ਵੀ ਨਹੀਂ ਹੈਗਾ। ਔਰ ਮੇਰੀ ਇਹ ਕੋਸ਼ਿਸ਼ ਸੀ ਵੀ ਇੱਕ ਇਹੋ ਜਿਹਾ ਕੰਮ ਕਰਕੇ ਦਈਏ ਜਿਹਦੇ ਨਾਲ ਆਮ ਜਿਹੜਾ ਗਰੀਬ ਹੈ, ਜਿਹੜਾ ਡੂੰਘਾ ਬੋਰ ਨਹੀਂ ਕਰਾ ਸਕਦਾ, ਆਰ ਨਹੀਂ ਲੈ ਸਕਦਾ, ਉਹਨੂੰ ਵਧੀਆ ਪਾਣੀ ਮਿਲ ਜਾਵੇ। 186 ਕਰੋੜ ਰੁਪਈਆ ਲਾ ਕੇ ਪੁੱਚਰ ਸਾਡਾ ਕੰਮ ਚੱਲਣ ਡਿਆ, ਔਰ ਉੱਥੋਂ ਸਾਰੀ ਪਾਈਪਲਾਈਨ ਪਾ ਕੇ 100 ਪਿੰਡਾਂ ਦੇ ਵਿੱਚ ਰਾਵੀ ਦਾ ਪਾਣੀ ਜਿਹੜਾ ਵਾ ਉੱਥੇ ਸਾਫ਼ ਹੋ ਕੇ ਟਰੀਟ ਹੋ ਕੇ 218 ਕਿਲੋਮੀਟਰ ਦੀ ਪਾਈਪਲਾਈਨ ਤੁਹਾਨੂੰ ਮੈਂ ਵਿਖਾਊਂਗਾ, ਸਵੇਰੇ ਤੁਸੀਂ ਵੇਖ ਕੇ ਆਓ, ਵੱਡੀਆਂ ਵੱਡੀਆਂ ਪਾਈਪਾਂ ਦੇ ਢੇਰ ਲੱਗੇ। 218 ਕਿਲੋਮੀਟਰ ਦੀ ਪਾਈਪਲਾਈਨ ਵਿਛਾ ਕੇ 100 ਸਾਡੇ ਪਿੰਡਾਂ ਨੂੰ ਉਹ ਸਿੱਧਾ ਸਾਫ਼ ਸੁਥਰਾ ਟ੍ਰੀਟਡ ਸਾਡਾ ਪਾਣੀ ਮਿਲੂਗਾ। ਬਲਟੋਏ ਥੋੜ੍ਹੇ ਦਿਨਾਂ ਪਹਿਲਾਂ ਬਾਅਦ ਅਸੀਂ ਕਾਲਜ ਬਣਾਇਆ, ਔਰ ਸੀ ਪਾਈਡ ਜਿਹੜੀ ਇੱਕ ਮੇਰੀ ਕੋਸ਼ਿਸ਼ ਸੀ ਵੀ ਅਸੀਂ ਜਦੋਂ ਵੀ, ਕਿਉਂਕਿ ਹਮੇਸ਼ਾ ਹੀ ਸਾਡੇ ਇਲਾਕੇ ਦੇ ਜਦੋਂ ਵੀ ਕੋਈ ਜੰਗ ਲੱਗਦੀ ਸਭ ਤੋਂ ਅਫੈਕਟਡ ਸਾਡਾ ਏਰੀਆ ਹੀ ਹੁੰਦਾ। ਔਰ ਕੀ ਹੁੰਦਾ ਸੀ ਵੀ ਇੱਕ ਮੇਲਾ ਮਨਾਈਦਾ ਸੀ, 2 ਦਿਨ ਖਾ ਪੀ ਕੇ ਸਾਰੇ ਘਰਾਂ ਨੂੰ ਚੱਲ ਜਾਂਦੇ ਸੀ, ਤੇ ਕੋਈ ਚੀਜ਼ ਉਸ ਤੋਂ ਅੱਗੇ ਨਹੀਂ ਵੱਧਦੀ। ਸੋ ਮੇਰੀ ਕੋਸ਼ਿਸ਼ ਸੀਗੀ ਵੀ ਕੋਈ ਇਹੋ ਜਿਹੀ ਜਿਹੜੀ 65 ਦੀ ਲੜਾਈ ਹੋਈ ਔਰ ਜਾਂ 71 ਦੀ ਹੋਈ ਜਾਂ ਉਸ ਤੋਂ ਬਾਅਦ ਕਾਰਗਿਲ ਹੋਈ, ਸਾਡਾ ਸੰਤਾਪ ਜਿਹੜਾ ਸਾਡੇ ਬੱਚਿਆਂ ਨੇ ਭੋਗਿਆ, ਉਹਨਾਂ ਵਾਸਤੇ ਕੋਈ ਇਹੋ ਜਿਹਾ ਕੋਈ ਸਿਸਟਮ ਬਣਾਇਆ ਜਾ ਸਕੇ ਵੀ ਉਹਨਾਂ ਨੂੰ ਇੱਕ ਲੈਵਲ ਦੇ ਉੱਤੇ ਆ ਕੇ ਜਾ ਕੇ ਕੁਛ ਉਹਨਾਂ ਨੂੰ ਨੌਕਰੀਆਂ ਲਈ ਕੈਂਪ ਕੀਤਾ ਜਾਵੇ। ਸੋ ਆਸਲਾਂ ਦੇ ਵਿੱਚ 18 ਕਰੋੜ ਰੁਪਈਆ ਲਾ ਕੇ ਅਸੀਂ ਉੱਥੇ ਜਿਹੜਾ ਇੱਕ ਸੀ ਪਾਈਟ ਜਿਹੜਾ ਵਾ ਉਹਦਾ ਇੰਸਟੀਚਿਊਟ ਜਿਹੜਾ ਉਹ ਤਿਆਰ ਆ, ਚੱਲ ਰਿਹਾ। 200 ਬੱਚੇ, 200 ਸਾਡੀਆਂ ਬੇਟੀਆਂ ਉੱਥੇ ਟ੍ਰੇਨਿੰਗ ਲੈਣਗੀਆਂ 10ਵੀਂ ਤੋਂ ਬਾਅਦ, ਔਰ ਵੱਖਰੀਆਂ ਵੱਖਰੀਆਂ ਫੋਰਸਿਸ ਦੇ ਵਿੱਚ ਭਰਤੀ ਹੋਣ ਲਈ ਉਹਨਾਂ ਨੂੰ ਟ੍ਰੇਨ ਕੀਤਾ ਜਾਊਗਾ। ਔਰ ਉਸ ਤੋਂ ਬਾਅਦ ਤੁਸੀਂ ਸੁਣ ਕੇ ਹੈਰਾਨ ਹੋਗੇ, ਤੁਹਾਨੂੰ ਸਵੇਰੇ ਵਿਖਾਵਾਂਗੇ ਇਹੋ ਜਿਹੇ ਏਰੀਏ ਦੇ ਵਿੱਚ ਕਿਤੇ ਹੋਸਟਲ ਦੇ ਵਿੱਚ ਮੁੰਡੇ ਨਹੀਂ ਲੋਕੀ ਰੱਖਦੇ, ਤੇ ਸਾਡੇ 250 ਕੁੜੀ ਰਹਿ ਰਹੀ +2 ਦੀ। ਇਹੋ ਜਿਹਾ ਅਮਨ ਸ਼ਾਂਤੀ ਔਰ ਲਾਅ ਐਂਡ ਆਰਡਰ ਦਾ ਹੀ ਮਾਹੌਲ ਕਾਇਮ ਕੀਤਾ ਕਿ ਅੱਜ ਹਰ ਮਾਂ ਪਿਓ ਜਿਹੜਾ ਵਾ ਬੇਫਿਕਰ ਆ, ਉਹਨੂੰ ਚਿੰਤਾ ਨਹੀਂ ਹੈਗੀ ਵੀ ਮੇਰਾ ਬੱਚਾ ਜਾਂ ਮੇਰੀ ਬੇਟੀ ਜੇ ਕਿਤੇ ਪੜ੍ਹਨ ਗਈ ਆ ਜਾਂ ਕਿਤੇ ਬਾਹਰ ਗਈ ਆ ਤੇ ਉਹਦੇ ਵੱਲ ਕੋਈ ਅੱਖ ਚੁੱਕ ਕੇ ਵੀ ਵੇਖ ਸਕਦਾ। ਜਿੱਥੇ ਲੋਕ ਸ਼ਾਮੀ 5-6 ਵਜੇ ਤੋਂ ਬਾਅਦ ਨਿਕਲ ਤੋਂ ਡਰਦੇ ਸੀ, ਔਰ ਇਹ ਇਲਾਕਾ ਕਿਹੜਾ ਸੀ ਜਿੱਥੇ ਵਲਟੋਆ ਸਾਹਿਬ ਨੇ ਕੀ ਕੀਤਾ ਵੀ ਜੇ ਉੱਥੇ ਕਤਲ ਹੋਇਆ ਉੱਥੇ ਅੰਮ੍ਰਿਤਸਰ, ਇੱਕ ਥਾਣੇਦਾਰ ਨੇ ਆਪਦੀ ਬੇਟੀ ਨੂੰ ਬਚਾਉਣ ਲਈ ਕੀਤਾ, ਤੇ ਉਹ ਕਿੱਥੇ ਆ ਕੇ ਲੁਕਿਆ? ਇੱਥੇ ਲੱਗ ਗਈ ਰਾਜੋ ਕੇ ਪਿੰਡ। ਕਿਉਂ ਲੁਕਿਆ? ਇਹਨੇ ਸ਼ਹਿ ਦੇ ਕੇ ਉੱਥੇ ਘਲਾਇਆ। ਜੇ ਉੱਥੇ ਯੂਪੀ 'ਚ ਕਤਲ ਹੋਏ 6 ਬੰਦੇ ਮਰੇ, ਉਹ ਕੁਆਲਿਸ ਦੇ ਵਿੱਚ ਭਜਾ ਕੇ ਕਿੱਥੇ ਆਏ? ਇਹਦੇ ਪੀਏ ਨਾਲ ਗੱਲਬਾਤ ਕਰਕੇ ਤੇ ਉਹ ਥਾਣੇ ਜਿਹੜਾ ਆਪਣਾ ਖਾਲੜਾ ਵਾ ਉੱਥੇ 4 ਪੇਟੀਆਂ ਸ਼ਰਾਬ ਦੀਆਂ ਪਾ ਕੇ ਤੇ ਉਹਨਾਂ ਨੂੰ ਅੰਦਰ ਕਰਤਾ। ਵੀ ਹਰ ਚੀਜ਼ ਦਾ, ਹਰ ਜ਼ੁਲਮ ਦਾ ਜਿਹੜਾ ਸੀਗਾ ਉਹ ਇਹ ਕੀ ਕਹਿੰਦੇ ਗੈਂਗਲੈਂਡ ਇਹਨਾਂ ਨੇ ਬਣਾ ਕੇ ਰੱਖਤੀ ਸੀ। ਆੜਾ ਸਭ ਤੋਂ ਵੱਡਾ ਗੈਂਗਸਟਰ ਜਾਂ ਕੀ ਨਾ ਉਹਦਾ ਵਿੱਕੀ ਗਾਉਂਡਰ, ਉਹ ਕਿੱਥੋਂ ਫੜਿਆ ਗਿਆ? ਇੱਥੋਂ ਤੂਤਾਂ ਦੇ ਲਾਗੋਂ ਸਾਡੇ ਲਾਗੋਂ ਪਿੰਡ। ਕਿਉਂ ਫੜਿਆ ਗਿਆ ਇੱਥੋਂ? ਕਿਉਂਕਿ ਇਹ ਸ਼ਹਿਵਾਂ ਦਿੰਦੇ ਸੀ ਉੱਥੇ ਉਹਨਾਂ ਨੂੰ। ਵਿੱਕੀ ਕਾਊਂਟਰ ਦਾ ਐਨਕਾਊਂਟਰ ਹੋਇਆ ਸੀ, ਫੜਿਆ ਪਹਿਲੋਂ ਇੱਥੇ ਫੜਿਆ ਗਿਆ, ਜਦੋਂ ਫੜ ਕੇ ਜੇਲ੍ਹ 'ਚ ਗਿਆ ਫਿਰ ਉਹ ਭੱਜਿਆ, ਜਦੋਂ ਉਹ ਇੱਥੇ ਰਹਿੰਦਾ ਸੀ ਇੱਥੇ ਆ ਕੇ। ਸੋ ਇਹੋ ਜਿਹੀ ਤੁਸੀਂ ਮਾਹੌਲ ਤੁਸੀਂ ਬਣਾ ਕੇ ਰੱਖਿਆ, ਤੇ ਤੁਸੀਂ ਕੀ ਬੱਚਿਆਂ ਨੂੰ ਐਜੂਕੇਟ ਉਸ ਮਾਹੌਲ 'ਚ ਕਰੋ? ਰਾਜਨੀਤੀ ਡਿਵੈਲਪਮੈਂਟ ਦੇ ਏਜੰਡੇ ਦੇ ਉੱਤੇ ਹੁੰਦੀ ਹੈ ਜਾਂ ਇਲਜ਼ਾਮਾਂ ਦੇ ਏਜੰਡੇ ਦੇ ਉੱਤੇ ਹੁੰਦੀ ਹੈ? ਤੁਸੀਂ ਡਿਵੈਲਪਮੈਂਟ ਦੀਆਂ ਗੱਲਾਂ ਗਣਾਉਂਦੇ 5 ਕੰਮ ਦੱਸੋ। 5 ਕੰਮਾਂ ਤੋਂ ਕੰਮਾਂ 'ਚ ਸਭ ਤੋਂ ਤਕੜਾ ਸੀ ਲਾਅ ਐਂਡ ਆਰਡਰ। ਪਹਿਲਾ ਕੰਮ, ਲੋਕਾਂ ਨੇ ਸਾਨੂੰ ਵੋਟ ਕਿਉਂ ਪਾਈ? ਅਸੀਂ ਉਹਨਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨੀ।
ਸੋ ਇਹ ਸਭ ਤੋਂ ਉੱਤੇ ਆ। ਬਾਕੀ ਤੇ ਚਲੋ ਜ਼ਿੰਦਗੀ ਜਾਨ ਹੈ ਤੇ ਜਾਨ ਹੈਗਾ, ਜੇ ਹੈਗਾ ਹੀ ਨਹੀਂ, ਜੇ ਜਾਨ ਹੀ ਨਹੀਂ ਹੈਗੀ ਤੇ ਪੜ੍ਹ ਕੇ ਕਿਸੇ ਨੇ ਕੀ ਕਰ ਲੈਣਾ ਤੇ ਦੂਜੇ ਬੰਨੇ ਕੀ ਕਰ ਲੈਣਾ। ਅੱਜ ਇੱਕ ਵੀ ਬੱਚਾ ਜਾਂ ਇੱਕ ਵੀ ਸਾਡੇ ਹਲਕੇ ਦਾ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੇਰੇ ਤੇ ਝੂਠਾ ਪਰਚਾ ਜਿਹੜਾ ਵਾ ਇਹਨਾਂ 5 ਸਾਲਾਂ 'ਚ ਹੋਇਆ। ਕਾਲੀ ਔਰ ਚਾਹੇ ਆਪ ਵਾਲੇ ਜਾਂ ਕਿਸੇ ਪਾਰਟੀ ਨਾਲ ਸੰਬੰਧਿਤ ਉਹ ਵੀ ਮੂੰਹ ਗੱਲ ਕਰਦੇ ਵੀ ਯਾਰ ਸ਼ਾਂਤੀ ਨਾਲ ਸਾਡੇ ਜਿਹੜੇ ਆ ਇਹ 5 ਸਾਲ ਨਿਕਲੇ। ਔਰ ਬਾਕੀ ਮੰਡੀਆਂ ਦੀਆਂ ਗਲੀਆਂ ਨਾਲੀਆਂ ਇਹ ਉਹ ਇਹੋ ਜਿਹੇ ਪਿੰਡ ਇੱਥੇ ਕਰੋੜ ਤੋਂ ਵੱਧ ਸਾਡਾ ਅਸੀਂ ਪੈਸਾ ਲਾ ਕੇ, ਫਿਰ ਤੁਸੀਂ ਕਹਿਣਾ ਵੀ ਉਹ ਇੰਟਰਲੋਕਾਂ ਤੇ ਦੂਜੀਆਂ ਤੀਜੀਆਂ ਗੱਲਾਂ ਕਰਦੇ, ਉਹ ਮੈਂ ਗੱਲਾਂ ਨਹੀਂ ਕਰਦਾ। 500 ਕਿਲੋਮੀਟਰ ਸੜਕ 500 ਕਿਲੋਮੀਟਰ ਸੜਕ ਹਲਕੇ ਖੇਮਕਰਨ ਦੀ ਸਿਰਫ ਰਿਪੇਅਰ ਹੀ ਕਰਾਈ ਆ ਬਣਾਉਣ ਤੋਂ ਬਾਅਦ। ਧੰਨਵਾਦ ਤੁਹਾਡਾ ਭੁੱਲਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਇਹ ਸਨ ਸੁਖਪਾਲ ਸਿੰਘ ਭੁੱਲਰ, ਜਿਹੜੇ ਕਹਿ ਰਹੇ ਨੇ ਇਲਾਕੇ 'ਚ ਬਹੁਤ ਸਾਰੇ ਕੰਮ ਕੀਤੇ ਨੇ, ਇਲਾਕਾ ਉਹਨਾਂ ਦੇ ਨਾਲ ਆ। ਉਹਨਾਂ ਦਾ ਕਹਿਣਾ ਹੈ ਜਿੱਤ ਉਹਨਾਂ ਦੀ ਹੋਏਗੀ ਤੇ ਭੁੱਲਰ ਪਰਿਵਾਰ 'ਚ ਕੋਈ ਵੀ ਦਰਾੜ ਨਹੀਂ ਆ।